ਹੈਲੋ, ਮੈਂ ਇਸ ਵੀਡੀਓ ਸੈਸ਼ਨ ਦੇ ਵਿੱਚ ਲੈਕਚਰ 3 ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਮੈਂ ਸੋਨਜੀਤ ਰਾਹੁਲ, ਲੈਕਚਰਰ ਸਿਵਲ ਇਨ ਗੌਰਮੈਂਟ ਪੋਲੀਟੈਕਨੀਕਲ ਕਾਲਜ ਤਲਵਾੜਾ। ਰੀਇਨਫੋਰਸਡ ਸੀਮੈਂਟ ਕੰਕਰੀਟ ਡਿਜ਼ਾਈਨ ਡਿਪਲੋਮਾ ਲੈਵਲ 'ਚ 5th ਸਮੈਸਟਰ ਦਾ ਇੱਕ ਸਬਜੈਕਟ ਹੈ, ਜਿਹਦਾ ਕਿ ਆਪਾਂ ਚੈਪਟਰ 1 ਲੈਕਚਰ 1 ਅਤੇ ਲੈਕਚਰ 2 ਦੇ ਵਿੱਚ ਕੰਪਲੀਟ ਕਰ ਚੁੱਕੇ ਹਨ। ਤਾਂ ਇਟਸ ਅ ਲੈਕਚਰ 3। ਲੈਕਚਰ 3 ਦੇ ਵਿੱਚ ਆਪਾਂ ਚੈਪਟਰ 2 ਦਾ ਪਾਰਟ 1 ਡਿਸਕਸ ਕਰਾਂਗੇ। ਚੈਪਟਰ 2 ਦੇ 4 ਪਾਰਟ ਆ। ਚੈਪਟਰ ਨੇਮ ਇਜ਼ ਮੈਥਡ ਆਫ RCC ਡਿਜ਼ਾਈਨ। ਡਿਜ਼ਾਈਨ ਆਫ RCC ਸਟਰਕਚਰ। ਡਿਜ਼ਾਈਨ ਕੀ ਹੁੰਦਾ, ਇੱਕ ਆਪਾਂ ਪਹਿਲਾਂ ਪਿਛਲੇ ਲੈਕਚਰ ਦੇ ਵਿੱਚ ਪੜ੍ਹ ਚੁੱਕੇ ਹਾਂ। ਰੀਇਨਫੋਰਸਡ ਕੰਕਰੀਟ ਸਟਰਕਚਰ, ਜਿੰਨੇ ਵੀ ਰੀਇਨਫੋਰਸਡ ਕੰਕਰੀਟ ਸਟਰਕਚਰ ਹੁੰਦੇ ਆ ਉਹਨਾਂ ਨੂੰ ਡਿਜ਼ਾਈਨ ਕਰਨਾ ਚਾਹੀਦਾ ਤਾਂ ਕਿ ਜਿੰਨੀ ਵੀ ਉਹਨਾਂ ਦੀ ਲਾਈਫ ਟਾਈਮ ਆ, ਉਹ ਜਿਸ ਪਰਪਸ ਦੇ ਲਈ ਬਣਾਏ ਆ ਉਹ ਪੂਰੀ ਲਾਈਫ ਟਾਈਮ ਉਸ ਪਰਪਸ ਨੂੰ ਫੁਲਫਿਲ ਕਰਦੇ ਰਹਿਣ ਅਤੇ ਉਹਦੇ ਨਾਲ ਨਾਲ ਸੇਫਟੀ ਵੀ ਪ੍ਰੋਵਾਈਡ ਕਰਨ ਇਨ ਟਰਮਸ ਆਫ ਸਟਰੈਂਥ ਐਂਡ ਸਟੇਬਿਲਿਟੀ। ਮਤਲਬ ਕੋਈ ਬਿਲਡਿੰਗ ਆ, ਕੋਈ ਕਮਰਸ਼ੀਅਲ ਬਿਲਡਿੰਗ ਆ, ਕਮਰਸ਼ੀਅਲ ਪਰਪਸ ਲਈ ਬਣਾਈ ਹੈ, ਕੋਈ ਸਕੂਲ ਦੀ ਬਿਲਡਿੰਗ ਆ ਸਕੂਲ ਲਈ ਬਣਾਈ ਹੈ, ਜਾਂ ਆਫਿਸ ਬਿਲਡਿੰਗ ਆਫਿਸ ਲਈ ਬਣਾਈ, ਬਿਜ਼ਨਸ ਬਿਲਡਿੰਗ ਬਿਜ਼ਨਸ ਲਈ ਬਣਾਈ ਹੈ, ਜਾਂ ਰੈਜ਼ੀਡੈਂਸ਼ੀਅਲ ਬਿਲਡਿੰਗ ਘਰ ਲਈ ਬਣਾਈ ਹੈ। ਤਾਂ ਉਹਦਾ ਜੋ ਮੇਨ ਪਰਪਸ ਹੈ ਰੈਜ਼ੀਡੈਂਸ਼ੀਅਲ ਬਿਲਡਿੰਗ ਦਾ ਰੈਜ਼ੀਡੈਂਸ਼ੀਅਲ ਪਰਪਸ, ਅਤੇ ਕਮਰਸ਼ੀਅਲ ਬਿਲਡਿੰਗ ਦਾ ਕਮਰਸ਼ੀਅਲ ਪਰਪਸ ਹੋਣਗੇ। ਉਸ ਪਰਪਸ ਨੂੰ ਤਾਂ ਫੁਲਫਿਲ ਕਰੇ ਹੀ, ਉਹਦੇ ਨਾਲ ਹੀ ਐਡੀਕੁਏਟ ਸੇਫਟੀ ਵੀ ਪ੍ਰੋਵਾਈਡ ਕਰੇ ਇਨ ਟਰਮਸ ਆਫ ਸਟਰੈਂਥ ਐਂਡ ਸਟੇਬਿਲਿਟੀ। ਸੈਕਿੰਡ ਪੁਆਇੰਟ ਹੈ ਸਰਵਿਸਬਿਲਿਟੀ। ਜੋ ਵੀ ਬਿਲਡਿੰਗਸ ਦੇ ਵਿੱਚ ਸਰਵਿਸ ਸਾਰੀਆਂ ਉਹ ਪ੍ਰੋਵਾਈਡ ਕਰੇ ਬਿਲਡਿੰਗਸ ਇਨ ਟਰਮਸ ਆਫ ਡਿਊਰੇਬਿਲਿਟੀ। ਡਿਊਰੇਬਿਲਿਟੀ ਮਤਲਬ ਲੌਂਗ ਲਾਈਫ ਦੇ ਲਈ ਸਰਵਿਸ ਬਿਲਡਿੰਗ ਪ੍ਰੋਵਾਈਡ ਕਰਦੀ ਰਹੇ, ਇਸ ਲਈ ਆਪਾਂ ਨੂੰ ਡਿਜ਼ਾਈਨ ਕਰਨਾ ਪੈਂਦਾ। ਥਰਡ ਪੁਆਇੰਟ ਹੈ ਦਾ ਰੀਜ਼ਨੇਬਲ ਇਕੋਨਮੀ। ਰੀਜ਼ਨੇਬਲ ਇਕੋਨਮੀ ਮਤਲਬ ਆਪਾਂ ਡਿਜ਼ਾਈਨ ਕਰਕੇ ਡਿਫਰੈਂਟ ਪਲਾਨ ਐਗਜੀਕਿਊਸ਼ਨ ਕਰਕੇ ਆਪਾਂ ਨੂੰ ਪਹਿਲਾਂ ਇਹ ਪਤਾ ਲਗਾਇਆ ਜਾ ਸਕਦਾ ਵੀ ਕਿਹੜਾ ਸਟਰਕਚਰ, ਅਗਰ ਇਸ ਨੂੰ ਕਿਸ ਤਰ੍ਹਾਂ ਡਿਜ਼ਾਈਨ ਕਰਾਂਗੇ ਅਤੇ ਉਹਦੇ ਵਿੱਚ ਮੋਸਟ ਚੀਪੈਸਟ ਸਟਰਕਚਰ ਕਿਹੜਾ ਹੋਏਗਾ, ਕਿਹੜਾ ਫਾਇਦੇਮੰਦ ਹੋਏਗਾ, ਕਿਹੜਾ ਇਕਨੋਮੀਕਲ ਹੋਏਗਾ। ਉਹ ਇਕਨੋਮੀਕਲ ਵਾਲਾ ਆਪਾਂ ਸਭ ਤੋਂ ਜ਼ਿਆਦਾ ਸਟਰਕਚਰ ਪ੍ਰੈਫਰ ਕਰਦੇ। ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਪਤਾ ਲੱਗੇਗੀਆਂ ਡਿਜ਼ਾਈਨ ਕਰਕੇ। ਇਸ ਕਰਕੇ ਆਪਾਂ ਨੂੰ ਰੀਇਨਫੋਰਸਡ ਸੀਮੈਂਟ ਕੰਕਰੀਟ ਸਟਰਕਚਰ ਦਾ ਡਿਜ਼ਾਈਨ ਕਰਨਾ ਚਾਹੀਦਾ। ਡਿਜ਼ਾਈਨ ਕਰਨ ਦੇ ਇਹ ਵਾਲੇ ਫਾਇਦੇ ਆ। ਅਤੇ ਡਿਜ਼ਾਈਨ ਆਪਾਂ RCC ਸਟਰਕਚਰ ਦਾ ਕਰ ਸਕਦੇ ਹਾਂ ਬਾਏ ਥਿਓਰੀਟੀਕਲ ਮੈਥਡ। ਕਾਫੀ ਸਾਰੇ ਥਿਓਰੀਟੀਕਲ ਮੈਥਡਸ ਵੀ ਹੈ, ਜਾਂ ਐਕਸਪੈਰੀਮੈਂਟਲ ਇਨਵੈਸਟੀਗੇਸ਼ਨ ਕਰਕੇ। ਕਿ ਆਪਾਂ ਡਿਟੇਲ ਦੇ ਵਿੱਚ ਪੜ੍ਹਾਂਗੇ ਕਿਹੜੇ ਕਿਹੜੇ ਮੈਥਡਸ RCC ਡਿਜ਼ਾਈਨ ਦੇ। ਵਰਕਿੰਗ ਸਟ੍ਰੈਸ ਮੈਥਡ ਡਿਨੋਟਡ ਐਜ਼ WSM, ਅਲਟੀਮੇਟ ਲੋਡ ਮੈਥਡ ULM, ਲਿਮਿਟ ਸਟੇਟ ਮੈਥਡ LSM। ਮੈਂ ਇੱਕ ਗੱਲ ਕਲੀਅਰ ਕਰ ਦੇਵਾਂ, ਵਰਕਿੰਗ ਸਟ੍ਰੈਸ ਮੈਥਡ ਐਂਡ ਲਿਮਿਟ ਸਟੇਟ ਮੈਥਡ ਇਹ ਦੋਨੋਂ ਡਿਪਲੋਮਾ ਲੈਵਲ ਦੇ ਸਬਜੈਕਟ ਦੇ ਸਿਲੇਬਸ ਦੇ ਵਿੱਚ ਹੈ। ਅਲਟੀਮੇਟ ਲੋਡ ਮੈਥਡ ਡਿਪਲੋਮਾ ਸਿਲੇਬਸ ਦੇ ਵਿੱਚ ਨਹੀਂ ਹੈ। ਬਟ ਕਿਹੜੇ ਕਿਹੜੇ ਮੈਥਡਸ ਹੁੰਦੇ RCC ਡਿਜ਼ਾਈਨ ਦੇ, ਐਟਲੀਸਟ ਨੇਮ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਵਰਕਿੰਗ ਸਟ੍ਰੈਸ ਮੈਥਡ, ਅਲਟੀਮੇਟ ਲੋਡ ਮੈਥਡ, ਲਿਮਿਟ ਸਟੇਟ ਮੈਥਡ। ਫਸਟ ਵਨ ਹੈ ਵਰਕਿੰਗ ਸਟ੍ਰੈਸ ਮੈਥਡ। ਵਰਕਿੰਗ ਸਟ੍ਰੈਸ ਮੈਥਡ ਇੱਕ ਟਰਡੀਸ਼ਨਲ ਮੈਥਡ ਆ, ਕਿਉਂਕਿ ਲੰਬੇ ਸਮੇਂ ਤੋਂ ਪਹਿਲਾਂ ਜੋ ਅਗਰ ਲਿਮਿਟ ਸਟੇਟ ਮੈਥਡ ਜਾਂ ਅਲਟੀਮੇਟ ਲਿਮਿਟ ਮੈਥਡ ਤੋਂ ਪਹਿਲਾਂ ਲੋਕ ਕਰਦੇ ਸੀਗੇ RCC ਦਾ ਡਿਜ਼ਾਈਨ ਕਰਨ ਦੇ ਲਈ, ਜਾਂ ਸਟੀਲ ਜਾਂ ਟਿੰਬਰ ਸਟਰਕਚਰ ਦਾ ਡਿਜ਼ਾਈਨ ਕਰਨ ਦੇ ਲਈ। ਇਹ ਵਾਲਾ ਮੈਥਡ ਬੇਸਡ ਆ ਇੱਕ ਲੀਨੀਅਰ ਇਲਾਸਟਿਕ ਥਿਊਰੀ 'ਤੇ। ਲੀਨੀਅਰ ਇਲਾਸਟਿਕ ਥਿਊਰੀ ਮਤਲਬ ਸਟਰੈਸ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਸਟ੍ਰੇਨ। ਅਗਰ ਆਪਾਂ ਕਿਸੇ ਚੀਜ਼ ਦੇ ਉੱਪਰ ਲੋਡ ਲਗਾਵਾਂਗੇ ਉਹਦੇ ਕਰਕੇ ਸਟਰੈਸ ਪ੍ਰੋਡਿਊਸ ਹੋਏਗੀ। ਸਟਰੈਸ ਪ੍ਰੋਡਿਊਸ ਹੋਣ ਕਰਕੇ ਉਹਦੀ ਡਿਫੋਰਮੇਸ਼ਨ ਹੋਏਗੀ ਮਟੀਰੀਅਲ ਦੀ, ਮਤਲਬ ਸਟ੍ਰੇਨ ਹੋਏਗੀ। ਬਟ ਉਹ ਜਿਹੜੀ ਸਟ੍ਰੇਨ ਹੋਏਗੀ ਜਾਂ ਲੋਡ ਲਗਾਉਣਾ ਉਹ ਵਿਦਇਨ ਇਲਾਸਟਿਕ ਲਿਮਿਟ ਹੀ ਲਗਾਉਣਾ। ਮਤਲਬ ਅਗਰ ਲੋਡ ਨੂੰ ਆਪਾਂ ਹਟਾ ਦਿਆਂਗੇ ਤਾਂ ਉਹ ਵਾਪਸ ਆਪਣੀ ਓਰੀਜਨਲ ਸ਼ੇਪ
ਰੀਗੇਨ ਕਰ ਲਏ, ਮਤਲਬ ਹੂਕਸ ਲੋ ਅਵੇ ਕਰੇਗਾ। ਸਟਰਕਚਰ ਮਕੈਨਿਕਸ ਦੇ ਵਿੱਚ ਪੜ੍ਹਿਆ ਹੋਏਗਾ ਹੂਕਸ ਲੋ ਕੀ ਹੁੰਦਾ, ਇਲਾਸਟਿਕ ਲਿਮਿਟ ਕੀ ਹੁੰਦੀ, ਮਤਲਬ ਇਲਾਸਟਿਕ ਲਿਮਿਟ ਤੱਕ ਹੀ ਆਪਾਂ ਲੋਡ ਲਗਾਉਣਾ ਅਤੇ ਜਿਹੜਾ ਵੀ ਮਟੀਰੀਅਲ ਦਾ ਬਿਹੇਵੀਅਰ ਹੋਏਗਾ ਉਹ ਇਲਾਸਟਿਕਲੀ ਹੋਏਗਾ। ਇਹ ਇਸ ਥਿਊਰੀ ਦੇ ਉੱਪਰ ਬੇਸਡ ਆ, ਲੀਨੀਅਰ ਇਲਾਸਟਿਕ ਥਿਊਰੀ। ਇਸ ਕਰਕੇ ਇਸ ਨੂੰ ਇਲਾਸਟਿਕ ਸਟ੍ਰੈਸ ਮੈਥਡ ਜਾਂ ਮੋਡੂਲਰ ਰੇਸ਼ੋ ਮੈਥਡ ਵੀ ਕਿਹਾ ਜਾਂਦਾ ਹੈ। ਇਸ ਮੈਥਡ ਦੇ ਵਿੱਚ ਮੂਮੈਂਟਸ ਜਾਂ ਫੋਰਸਸ ਕਿਸੇ ਵੀ ਸਟਰਕਚਰ 'ਤੇ ਅਗਰ ਐਕਟ ਕਰਦੀਆਂ ਪਈਆਂ ਉਹਨਾਂ ਨੂੰ ਆਪਾਂ ਸਿੰਪਲੀ ਕੈਲਕੂਲੇਟ ਕਰ ਲਵਾਂਗੇ ਫਰੋਮ ਦਾ ਐਕਚੁਅਲ ਵੈਲਿਊਜ਼ ਜੋ ਵੀ ਹੁੰਦੀਆਂ ਵਰਕਿੰਗ ਲੋਡਸ ਦੀਆਂ। ਵਰਕਿੰਗ ਸਟ੍ਰੈਸ ਮੈਥਡ ਦੇ ਵਿੱਚ ਕੋਈ ਵੀ ਪਾਰਸ਼ੀਅਲ ਸੇਫਟੀ ਫੈਕਟਰ ਨਹੀਂ ਹੁੰਦਾ। ਜੋ ਵੀ ਵਰਕਿੰਗ ਲੋਡ ਉੱਪਰੋਂ ਆਉਂਦਾ ਪਿਆ, ਜਿੰਨਾ ਹੀ ਲੋਡ ਆਉਂਦਾ ਪਿਆ ਸਿਰਫ ਉਹਦੇ ਨਾਲ ਹੀ ਕੈਲਕੂਲੇਸ਼ਨ ਕਰੀ ਦੀਆਂ, ਇਹਦੇ ਵਿੱਚ ਕੋਈ ਵੀ ਫੈਕਟਰ ਨਹੀਂ ਲਗਾਈਦਾ ਲੋਡਸ ਵਗੈਰਾ ਦੇ ਲਈ। ਲੇਕਿਨ ਮਟੀਰੀਅਲ ਦੇ ਲਈ ਸਟਰੈਂਥ ਦੇ ਲਈ ਇਹਦੇ ਵਿੱਚ ਫੈਕਟਰ ਸੇਫਟੀ ਹੁੰਦਾ, ਉਹ ਆਪਾਂ ਅੱਗੇ ਪੜ੍ਹਾਂਗੇ। ਜਿਹੜੀਆਂ ਸਟਰੈਸਿਸ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ, ਜਿਹੜਾ ਇਹਦੇ ਉੱਪਰ ਲੋਡ ਆਏਗਾ ਕਿਸੇ ਵੀ ਸਟਰਕਚਰ 'ਤੇ, ਜੋ ਵੀ ਵਰਕਿੰਗ ਲੋਡ ਹੋਏਗਾ, ਐਕਚੁਅਲ ਲੋਡ ਹੋਏਗਾ, ਉਹਦੀ ਐਕਚੁਅਲ ਵੈਲਿਊਜ਼ ਆਪਾਂ ਲੈਣੀ ਆ, ਉਹਨੂੰ ਹੀ ਕੈਲਕੂਲੇਸ਼ਨ ਦੇ ਵਿੱਚ ਯੂਜ਼ ਕਰਾਂਗੇ ਤਾਂ ਕਿ ਮੂਮੈਂਟਸ ਜਾਂ ਫੋਰਸਿਸ ਕੈਲਕੂਲੇਟ ਕਰ ਸਕੀਏ। ਬਟ ਜਿਹੜੀਆਂ ਸਟਰੈਸਿਸ ਹੋਣਗੀਆਂ ਕੰਕਰੀਟ ਐਂਡ ਸਟੀਲ ਦੇ ਵਿੱਚ, ਉਹਦੇ ਲਈ ਇੱਕ ਵੈਲਿਊਜ਼ ਆਪਾਂ ਰਿਸਟ੍ਰਿਕਟ ਕਰ ਦਿੱਤੀ ਹੈ ਵੀ ਇਸ ਤੋਂ ਜ਼ਿਆਦਾ ਵੈਲਿਊਜ਼ ਨਹੀਂ ਹੋਣੀ ਚਾਹੀਦੀ। ਮਤਲਬ ਕੰਕਰੀਟ ਐਂਡ ਸਟੀਲ ਦੇ ਲਈ ਕੁਛ ਪਰਮੀਸੀਬਲ ਵਰਕਿੰਗ ਸਟਰੈਸਿਸ ਹੋਣਗੀਆਂ। ਕੰਕਰੀਟ ਜਾਂ ਸਟੀਲ ਦੇ ਵਿੱਚ ਜਿਹੜੀ ਅਲਾਏਬਲ ਕੁਛ ਪਰਮੀਸੀਬਲ ਸਟਰੈਸਿਸ ਹੋਣਗੀਆਂ, ਇੱਕ ਲਿਮਿਟ ਹੋਏਗੀ ਵੀ ਇਹਦੇ ਵਿੱਚ ਕੰਕਰੀਟ ਜਾਂ ਸਟੀਲ ਦੇ ਵਿੱਚ ਅਗਰ ਸਟਰੈਸਿਸ ਆਏਗੀ ਤਾਂ ਮੈਕਸੀਮਮ ਉਨੀ ਹੀ ਆਉਣੀ ਚਾਹੀਦੀ, ਉਸ ਤੋਂ ਘੱਟ ਹੋਵੇ। ਇੱਕ ਵੈਲਿਊ ਸੈੱਟ ਕਰ ਦਿੱਤੀ ਜਾਂਦੀ ਹੈ, ਇੱਕ ਰਿਸਟ੍ਰਿਕਸ਼ਨ ਪ੍ਰੋਵਾਈਡ ਕਰ ਦਿੱਤੀ ਜਾਂਦੀ ਹੈ, ਜੋ ਕਿ ਇਹਨਾਂ ਦੀ ਟਰੂ ਸਟਰੈਂਥ ਦਾ ਕੁਛ ਫਰੈਕਸ਼ਨ ਹੋਏਗਾ ਤਾਂ ਕਿ ਆਪਾਂ ਨੂੰ ਕੁਛ ਫੈਕਟਰ ਆਫ ਸੇਫਟੀ ਮਿਲ ਸਕੇ। ਫੈਕਟਰ ਆਫ ਸੇਫਟੀ ਕੀ ਹੁੰਦਾ? ਫੈਕਟਰ ਆਫ ਸੇਫਟੀ ਦਾ ਰੇਸ਼ੋ ਹੁੰਦੀ ਹੈ, ਰੇਸ਼ੋ ਆਫ ਦਾ ਸਟਰੈਂਥ ਆਫ ਦੀ ਸੈਕਸ਼ਨ ਆਫ ਦੀ ਮੈਂਬਰ ਐਟ ਵਿਚ ਇਟ ਬਿਕਮ ਅਨਸਰਵੀਸੇਬਲ। ਮਤਲਬ ਕੋਈ ਵੀ ਮਟੀਰੀਅਲ ਆਪਣੇ ਤੋਂ ਸਪੋਜ਼ ਉਹਦੇ ਉੱਪਰ ਕੋਈ ਲੋਡ ਲਗਾਵਾਂਗੇ, ਉਨੀ ਦੇਰ ਤੱਕ ਲੋਡ ਲਗਾਉਣਾ, ਉਨਾ ਮੈਕਸੀਮਮ ਲੋਡ ਲਗਾਉਣਾ ਜਿੰਨੇ ਦੇਰ ਤੱਕ ਉਹਦੀ ਬਹੁਤ ਜ਼ਿਆਦਾ ਡਿਫਲੈਕਸ਼ਨ ਨਹੀਂ ਹੋ ਜਾਂਦੀ, ਜਿੱਥੇ ਤੱਕ ਉਹ ਕਰੈਕ ਨਹੀਂ ਹੋ ਜਾਂਦਾ, ਜਿੰਨੇ ਤੱਕ ਉਹਦਾ ਪੂਰਾ ਫੇਲੀਅਰ ਨਹੀਂ ਹੋ ਜਾਂਦਾ, ਉਨੇ ਤੱਕ ਲੋਡ ਲਗਾਉਣਾ। ਉਹ ਵਾਲੀ ਵੈਲਿਊ ਟੂ ਦਾ ਐਕਚੁਅਲ ਫੋਰਸ ਨੀਚੇ ਆਪਾਂ ਰੱਖਣੀ ਹੈ ਐਕਚੁਅਲ ਫੋਰਸ। ਉਹ ਮੇ ਵੀ ਸ਼ੀਅਰ ਫੋਰਸ ਜਾਂ ਬੈਂਡਿੰਗ ਮੂਵਮੈਂਟ ਕੁਛ ਵੀ ਹੋ ਸਕਦੀ ਹੈ, ਜੋ ਵੀ ਉਸ ਸੈਕਸ਼ਨ ਦੇ ਉੱਪਰ ਡਿਊਰਿੰਗ ਸਰਵਿਸ ਪੀਰੀਅਡ ਲੱਗੇਗੀ। ਇੱਕ ਹੋਏਗੀ ਮਟੀਰੀਅਲ ਦੀ ਅਲਟੀਮੇਟ ਸਟਰੈਂਥ, ਇੱਕ ਹੋਏਗੀ ਮਟੀਰੀਅਲ ਦੇ ਉੱਪਰ ਜਿੰਨਾ ਨੋਰਮਲੀ ਲੋਡ ਲੱਗੇਗਾ ਵਰਕਿੰਗ ਲੋਡ। ਦੈਟ ਇਜ਼ ਇਹਨਾਂ ਦੋਨਾਂ ਦੀ ਰੇਸ਼ੋ ਜਿਹੜੀ ਹੋਏਗੀ ਉਹ ਫੈਕਟਰ ਆਫ ਸੇਫਟੀ ਹੈ। ਵਰਕਿੰਗ ਸਟਰੈਸ ਮੈਥਡ ਦੇ ਲਈ ਫੈਕਟਰ ਆਫ ਸੇਫਟੀ 3 ਹੁੰਦਾ ਹੈ ਕੰਕਰੀਟ ਦੇ ਲਈ, ਸਟੀਲ ਦੇ ਲਈ 1.78 to 1.80। ਕਾਫੀ ਸਾਰੀਆਂ ਫਿਲ ਇਨ ਦੀ ਬਲੈਂਕਸ ਜਾਂ ਟਰੂ ਫਾਲਸ ਦੇ ਵਿੱਚ ਇਹ ਪੁੱਛਿਆ ਜਾਂਦਾ ਹੈ ਵਰਕਿੰਗ ਸਟਰੈਸ ਮੈਥਡ ਦੇ ਵਿੱਚ ਫੈਕਟਰ ਆਫ ਸੇਫਟੀ ਕੰਕਰੀਟ ਦੇ ਲਈ ਕਿੰਨਾ ਹੁੰਦਾ, ਸਟੀਲ ਦੇ ਲਈ ਕਿੰਨਾ ਹੁੰਦਾ। ਸੋ ਇਹ ਚੀਜ਼ਾਂ ਦਾ ਧਿਆਨ ਰੱਖਣਾ। ਫੈਕਟਰ ਸੇਫਟੀ ਇੱਕ ਇਹ ਫਾਰਮੂਲਾ ਫੈਕਟਰ ਆਫ ਸੇਫਟੀ ਦਾ ਮਤਲਬ ਅਲਟੀਮੇਟ ਸਟਰੈਂਥ ਅਪੋਨ ਵਰਕਿੰਗ ਸਟਰੈਂਥ ਜਾਂ ਵਰਕਿੰਗ ਸਟਰੈਸ ਜਾਂ ਐਕਚੁਅਲ ਸਟਰੈਸ, ਜਾਂ ਅਲਟੀਮੇਟ ਜਾਂ ਮੈਕਸੀਮਮ ਲੋਡ ਅਪੋਨ ਵਰਕਿੰਗ ਜਾਂ ਸਰਵਿਸ ਜਾਂ ਐਕਚੁਅਲ ਲੋਡ। ਮੈਂ ਗੱਲ ਕਲੀਅਰ ਕਰ ਦੇਵਾਂ। ਅਲਟੀਮੇਟ ਸਟਰੈਂਥ ਸਪੋਜ਼ ਆਪਣੇ ਕੋਲ ਕੋਈ ਵੀ ਮਟੀਰੀਅਲ ਸਿੰਪਲ ਕੋਈ ਰੋਡ ਲੈ ਲਓ, ਸਿੰਪਲ ਕੋਈ ਪੈਨ ਲੈ ਲਓ, ਜਾਂ ਇੱਕ ਤੁਸੀਂ ਸਪੋਜ਼ ਜਿੰਮ 'ਚ ਐਕਸਰਸਾਈਜ਼ ਵਗੈਰਾ ਕਰਦੇ ਹੋਵੋਗੇ, ਕੁਛ ਲੋਕ ਅਗਰ ਜਿੰਮ 'ਚ ਤੁਸੀਂ
ਇੰਨਾ ਮੈਕਸੀਮਮ ਭਾਰ ਚੱਕ ਲੈਣਾ ਵੀ ਤੁਹਾਡੇ ਕਿਤੇ ਕਰੈਕ ਆ ਜਾਵੇ ਜਾਂ ਫ੍ਰੈਕਚਰ ਆ ਜਾਵੇ, ਉਹ ਵਾਲਾ ਲੋਡ ਹੋਏਗੀ ਤੁਹਾਡੀ ਅਲਟੀਮੇਟ ਸਟਰੈਂਥ, ਜਿੱਥੇ ਮਸਲ ਫਟ ਜਾਵੇ। ਇੰਨਾ ਚੱਕਣਾ ਨਹੀਂ ਚਾਹੀਦਾ। ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਅਗਰ ਇੰਨਾ ਜ਼ਿਆਦਾ ਭਾਰ ਤੁਸੀਂ ਚੱਕਦੇ ਆ ਜਿੱਥੇ ਤੁਹਾਡਾ ਮਸਲ ਕਰੈਕ ਹੋ ਜਾਵੇ ਜਾਂ ਫ੍ਰੈਕਚਰ ਹੋ ਜਾਵੇ, ਉਹ ਵਾਲੀ ਲੋਡ ਦੀ ਵੈਲਿਊ ਹੋਏਗੀ ਤੁਹਾਡਾ ਅਲਟੀਮੇਟ ਜਾਂ ਮੈਕਸੀਮਮ ਲੋਡ ਅਪੋਨ ਵਰਕਿੰਗ ਸਰਵਿਸ ਜਾਂ ਐਕਚੁਅਲ ਲੋਡ ਅਪੋਨ ਜਿੰਨਾ ਤੁਸੀਂ ਵੇਟ ਨੋਰਮਲੀ ਮੈਕਸੀਮਮ ਚੱਕ ਸਕਦੇ, ਜਿੰਨਾ ਕੁ ਲੋਡ ਤੁਸੀਂ ਆਰਾਮ ਨਾਲ ਚੱਕ ਸਕਦੇ ਆ। ਇਹਨਾਂ ਦੋਨਾਂ ਦੀ ਰੇਸ਼ੋ ਹੋਏਗੀ ਫੈਕਟਰ ਆਫ ਸੇਫਟੀ। नेक्स्ट characteristics of a working stress method. Characteristics में what will be the feature, what are the properties of working stress method. ਇਹਦੇ ਵਿੱਚ ਜਿਹੜੀਆਂ ਪਰਮੀਸੀਬਲ ਜਾਂ ਅਲਾਏਬਲ ਸਟ੍ਰੈਸਿਸ ਹੋਣਗੀਆਂ ਉਹ ਬਹੁਤ ਜ਼ਿਆਦਾ ਬਿਲੋ ਹੋਏਗੀ ਅਲਟੀਮੇਟ ਸਟਰੈਂਥ ਤੋਂ, ਕਿਉਂਕਿ ਫੈਕਟਰ ਆਫ ਸੇਫਟੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੀ, ਅਲਟੀਮੇਟ ਸਟਰੈਂਥ ਅਪੋਨ ਪਰਮੀਸੀਬਲ ਜਾਂ ਵਰਕਿੰਗ ਜਾਂ ਐਕਚੁਅਲ ਸਟ੍ਰੈਸਿਸ। ਫੈਕਟਰ ਆਫ ਸੇਫਟੀ 3 ਹੈ, ਦੈਟ ਇਜ਼ ਜਿਹੜੀ ਪਰਮੀਸੀਬਲ ਸਟ੍ਰੈਸਿਸ ਜਾਂ ਅਲਾਏਬਲ ਸਟ੍ਰੈਸਿਸ ਹੋਣਗੀਆਂ ਉਹ ਅਲਟੀਮੇਟ ਸਟਰੈਂਥ ਜਿੰਨੀ ਮਟੀਰੀਅਲ ਤੋਂ ਹੋਏਗੀ ਉਹ ਬਹੁਤ ਜ਼ਿਆਦਾ ਘੱਟ ਹੋਏਗੀ। ਜਿੰਨੀਆਂ ਵੀ ਫੋਰਸਿਸ ਆ, ਬੈਂਡਿੰਗ ਮੂਵਮੈਂਟ, ਸ਼ੇਅਰ ਫੋਰਸ, ਐਕਸੀਅਲ ਲੋਡ ਐਕਸੈਟਰਾ, ਉਹ ਆਪਾਂ ਆਸਾਨੀ ਦੇ ਨਾਲ ਕੈਲਕੂਲੇਟ ਕਰ ਸਕਦੇ ਆ ਕਿਉਂਕਿ ਮਟੀਰੀਅਲ ਇਹਦੇ ਵਿੱਚ ਸਭ ਤੋਂ ਪਹਿਲਾਂ ਐਜ਼ੰਪਸ਼ਨ ਆਪਾਂ ਮੰਨ ਕੇ ਚੱਲੇ ਸੀ ਵਰਕਿੰਗ ਸਟ੍ਰੈਸ ਮੈਥਡ ਦੇ ਵਿੱਚ ਜਿਹੜੇ ਸਾਰੇ ਮਟੀਰੀਅਲਸ ਆ ਉਹ ਇਲਾਸਟਿਕਲੀ ਬਿਹੇਵ ਕਰਨਗੇ। ਇਸੇ ਕਰਕੇ ਇਹਨੂੰ ਲੀਨੀਅਰ ਇਲਾਸਟਿਕ ਮੈਥਡ ਜਾਂ ਮੋਡੂਲਰ ਰੇਸ਼ੋ ਮੈਥਡ ਵੀ ਕਿਹਾ ਜਾਂਦਾ। ਇਸੇ ਕਰਕੇ ਇਲਾਸਟਿਸਿਟੀ ਪ੍ਰੋਪਰਟੀ ਕਰਕੇ ਆਪਾਂ ਬੈਂਡਿੰਗ ਮੂਵਮੈਂਟ ਜਾਂ ਸ਼ੀਅਰ ਫੋਰਸ, ਐਕਸੀਅਲ ਲੋਡ ਆਸਾਨੀ ਦੇ ਨਾਲ ਕੈਲਕੂਲੇਟ ਕਰ ਸਕਦੇ ਹਾਂ। ਅਤੇ ਸਟਰਕਚਰਸ ਜਿੰਨੇ ਵੀ ਹੋਣਗੇ ਉਹਨਾਂ ਨੂੰ ਪ੍ਰਪੋਰਸ਼ਨ ਕੀਤਾ ਜਾਂਦਾ ਤਾਂ ਕਿ ਇਹਦੇ ਵਿੱਚ ਜਿਹੜੀਆਂ ਸਟਰੈਸਿਸ ਡਿਵੈਲਪ ਹੋਣਗੀਆਂ ਉਹ ਅਲਟੀਮੇਟ ਸਟਰੈਸਿਸ ਦੀਆਂ ਕੁਛ ਫਰੈਕਸ਼ਨ ਹੀ ਸਟਰੈਸਿਸ ਡਿਵੈਲਪ ਹੋ ਸਕਣਗੀਆਂ ਕੰਕਰੀਟ ਜਾਂ ਜਿਹੜੀ ਵੀ ਕੰਕਰੀਟ ਦੀ ਅਲਟੀਮੇਟ ਸਟਰੈਸ ਹੋਏਗੀ ਜਾਂ ਯੀਲਡਿੰਗ ਸਟਰੈਸ ਹੋਏਗੀ ਸਟੀਲ ਦੀ, ਉਹ ਤਾਂ ਸਿਰਫ ਕੁਛ ਪਾਰਟ ਤੇ ਹੀ ਸਟਰਕਚਰ ਦੇ ਉੱਪਰ ਸਟਰੈਸਿਸ ਲਗਾਈਆਂ ਜਾਣਗੀਆਂ, ਉਸ ਤੋਂ ਜ਼ਿਆਦਾ ਸਟਰਕਚਰ ਦੇ ਉੱਪਰ ਸਟਰੈਸਿਸ ਨਹੀਂ ਪ੍ਰੋਡਿਊਸ ਕੀਤੀਆਂ ਜਾਣਗੀਆਂ। ਸਪੋਜ਼ ਕੰਕਰੀਟ ਦੀ ਅਗਰ ਅਲਟੀਮੇਟ ਸਟਰੈਂਥ ਵੈਲਿਊ ਹੈ ਕੁਛ 25 ਨਿਊਟਨ ਪਰ mm ਸਕੁਏਅਰ, ਤਾਂ ਸਟਰਕਚਰ ਦੇ ਉੱਪਰ ਜਿਹੜਾ ਲੋਡ ਲੱਗੇਗਾ ਉਹ 25 ਨਹੀਂ ਲੱਗੇਗਾ, 25 ਤੋਂ ਬਹੁਤ ਘੱਟ ਲੱਗੇਗਾ, ਉਸ ਤੋਂ ਜ਼ਿਆਦਾ ਲੋਡ ਨਹੀਂ ਲੱਗੇਗਾ। ਕੁਛ ਐਡਵਾਂਟੇਜਸ ਵਰਕਿੰਗ ਸਟ੍ਰੈਸ ਮੈਥਡ ਦੀਆਂ ਕੰਸੈਪਟ ਦੀ ਗੱਲ ਕਰੀਏ ਤਾਂ ਸਿੰਪਲ ਕੰਸੈਪਟ ਆ ਕਿਉਂਕਿ ਇਲਾਸਟਿਕਲੀ ਸਾਰੇ ਮਟੀਰੀਅਲਸ ਆਪਾਂ ਮੰਨ ਕੇ ਚੱਲਣਾ ਇਲਾਸਟਿਕਲੀ ਬਿਹੇਵ ਕਰਦੇ ਆ ਅਤੇ ਇਲਾਸਟਿਕ ਲਿਮਿਟ ਤੋਂ ਉੱਪਰ ਆਪਾਂ ਜਾਣਾ ਨਹੀਂ। ਸੋ ਇਹ ਮੈਥਡ ਜਿਹੜਾ ਕੰਸੈਪਟ ਆ ਸਿੰਪਲ ਆ, ਇਹਨੂੰ ਆਪਾਂ ਈਜ਼ਲੀ ਅਪਲਾਈ ਕਰ ਸਕਦੇ ਹਾਂ। ਜਿੰਨਾ ਵੀ ਵਰਕਿੰਗ ਲੋਡ ਹੋਏਗਾ, ਵਰਕਿੰਗ ਲੋਡ ਮਤਲਬ ਡਿਊਰਿੰਗ ਸਰਵਿਸ ਉੱਪਰ ਜਿੰਨਾ ਵੀ ਕੰਮ ਕਰਨ ਦੇ ਦੌਰਾਨ ਜਾਂ ਸਰਵਿਸ ਪ੍ਰੋਵਾਈਡ ਕਰਨ ਦੇ ਦੌਰਾਨ ਸਟਰਕਚਰ ਦੇ ਉੱਪਰ ਜਿੰਨਾ ਨੋਰਮਲੀ ਲੋਡ ਲੱਗਦਾ ਪਿਆ ਉਹ ਵਾਲਾ ਵਰਕਿੰਗ ਲੋਡ ਸਟਰਕਚਰਸ ਉਸ ਪੀਰੀਅਡ ਦੇ ਦੌਰਾਨ ਬੈਟਰ ਸਰਵਿਸਬਿਲਿਟੀ ਪਰਫੋਰਮੈਂਸ ਦਿੰਦਾ। ਦੈਟ ਇਜ਼ ਕਰੈਕਸ ਜਾਂ ਡਿਫਲੈਕਸ਼ਨ ਸਟਰਕਚਰ ਦੇ ਵਿੱਚ ਬਹੁਤ ਜ਼ਿਆਦਾ ਘੱਟ ਆਉਂਦੇ ਆ ਕਿਉਂਕਿ ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਜਿਹੜੀਆਂ ਪਰਮਿਸੀਬਲ ਸਟ੍ਰੈਸਿਸ ਜਾਂ ਵਰਕਿੰਗ ਲੋਡ ਉੱਪਰ ਲਗਾਉਣਾ ਉਹ ਅਲਟੀਮੇਟ ਸਟਰੈਂਥ ਤੋਂ ਬਹੁਤ ਜ਼ਿਆਦਾ ਘੱਟ ਲਗਾਉਣਾ। ਅਗਰ ਕਿਸੇ ਦੀ ਸਟਰਕਚਰ ਦੀ ਸਟਰੈਂਥ ਮੰਨ ਲਓ ਉਹਦੇ ਉੱਪਰ 100 kg ਆਪਾਂ ਲੋਡ ਲਗਾ ਸਕਦੇ, ਬਟ ਪਰਮੀਸੀਬਲ ਵੈਲਿਊ ਜਿਹੜੀ ਦੇਣੀ ਆਪਾਂ 100 ਤੋਂ ਬਹੁਤ ਜ਼ਿਆਦਾ ਘੱਟ ਲਗਾਉਣੀ। ਇਸੇ ਕਰਕੇ ਸਟਰਕਚਰ ਦੇ ਵਿੱਚ ਅਗਰ ਵਰਕਿੰਗ ਸਟ੍ਰੈਸ ਮੈਥਡ ਦੇ ਨਾਲ ਡਿਜ਼ਾਈਨ ਕਰਾਂਗੇ, ਉਹਦੇ ਡਿਜ਼ਾਈਨ ਕਰਨ ਦਾ ਇਹ ਫਾਇਦੇ ਆ ਵੀ ਉਹਦੇ ਉੱਪਰ ਸਰਵਿਸੇਬਿਲਿਟੀ ਪਰਫੋਰਮੈਂਸ ਬੈਟਰ ਹੋਏਗੀ। ਇੱਕ ਐਡਵਾਂਟੇਜਸ ਲਾਸਟ ਇਹਦਾ ਇਹ ਹੈ ਵਰਕਿੰਗ ਸਟ੍ਰੈਸ ਮੈਥਡ ਦੀ ਨੌਲੇਜ ਹੋਣੀ ਜ਼ਰੂਰੀ ਹੈ ਲਿਮਿਟ ਸਟੇਟ ਮੈਥਡ ਦਾ ਕੰਸੈਪਟ ਸਮਝਣ ਦੇ ਲਈ। ਇਹਦੇ ਕੁਛ ਡਿਸਐਡਵਾਂਟੇਜਸ ਵੀ ਹੈ। ਡਿਸਐਡਵਾਂਟੇਜਸ ਇਹਦੇ ਇਹੀ ਹੈ ਰੀਇਨਫੋਰਸਡ ਕੰਕਰੀਟ ਡਿਸਐਡਵਾਂਟੇਜਸ ਕਿਉਂਕਿ ਰੀਇਨਫੋਰਸਡ ਕੰਕਰੀਟ ਸਭ ਤੋਂ ਪਹਿਲਾਂ ਮੈਂ ਦੱਸਿਆ ਵਰਕਿੰਗ ਸਟ੍ਰੈਸ ਮੈਥਡ ਇਜ਼ ਬੇਸਡ
ਅਪੋਨ ਲੀਨੀਅਰ ਇਲਾਸਟਿਕ ਥਿਊਰੀ। ਜਿੰਨੇ ਵੀ ਮਟੀਰੀਅਲ ਆ ਇਲਾਸਟਿਕਲੀ ਬਿਹੇਵ ਕਰਨਗੇ, ਜਿਹੜਾ ਲੋਡ ਲਗਾਉਣਾ ਉਹ ਵੀ ਇਲਾਸਟਿਕ ਲਿਮਿਟ ਤੱਕ ਹੀ ਲਗਾਉਣਾ, ਅਤੇ ਉਹਦੀ ਜਿਹੜੀ ਡਿਫੋਰਮੇਸ਼ਨ ਹੋਏਗੀ ਉਹ ਵੀ ਵਿਦਿਨ ਇਲਾਸਟਿਕ ਲਿਮਿਟ ਹੀ ਹੋਏਗੀ। ਆਪਾਂ ਇਹ ਮੰਨ ਕੇ ਚੱਲਦੇ ਵੀ ਜਿਹੜੇ ਮਟੀਰੀਅਲ ਆ ਇਲਾਸਟਿਕਲੀ ਬਿਹੇਵ ਕਰਨਗੇ। ਬਟ ਐਕਚੁਅਲ ਦੇ ਵਿੱਚ ਰੀਇਨਫੋਰਸਡ ਸੀਮੈਂਟ ਕੰਕਰੀਟ ਤੁਸੀਂ ਜਾਣਦੇ ਹੋ ਇਲਾਸਟਿਕ ਮਟੀਰੀਅਲ ਨਹੀਂ ਹੈ। ਇਸੇ ਕਰਕੇ ਇਹ ਵਾਲਾ ਜਿਹੜਾ ਮੈਥਡ ਆ ਇਹ ਰੀਅਲ ਬਿਹੇਵੀਅਰ ਸਟਰਕਚਰ ਦਾ ਨਹੀਂ ਸ਼ੋ ਕਰਦਾ, ਨਹੀਂ ਦੱਸਦਾ। ਦਿਸ ਇਜ਼ ਦਾ ਮੇਨ ਡਿਸਐਡਵਾਂਟੇਜ ਆਫ ਵਰਕਿੰਗ ਸਟ੍ਰੈਸ ਮੈਥਡ। ਸੈਕਿੰਡ ਡਿਸਐਡਵਾਂਟੇਜ ਇਹਦੀ ਇਹ ਹੈ, ਇਹ ਕਦੀ ਵੀ this method neither show the actual strength nor give the true factor of safety of the structure under failure। ਨਾ ਹੀ ਤਾਂ ਇਹ ਵਾਲਾ ਮੈਥਡ ਐਕਚੁਅਲ ਸਟਰੈਂਥ ਕਦੀ ਸ਼ੋ ਕਰਦਾ, ਨਾ ਹੀ ਟਰੂ ਵੈਲਿਊ ਜਿਹੜੀ ਹੋਏਗੀ ਫੈਕਟਰ ਆਫ ਸੇਫਟੀ ਦੀ ਕਿਸੇ ਵੀ ਸਟਰਕਚਰ ਦੇ ਲਈ ਫੇਲੀਅਰ ਦੇ ਦੌਰਾਨ ਇਹ ਨਹੀਂ ਦੱਸੇਗਾ। working stress method of results in comparatively larger section। ਅਗਰ ਆਪਾਂ ਵਰਕਿੰਗ ਸਟ੍ਰੈਸ ਮੈਥਡ ਦੇ ਨਾਲ ਕਿਸੇ ਬੀਮ ਜਾਂ ਕਾਲਮ ਦਾ ਕ੍ਰੋਸ ਸੈਕਸ਼ਨ ਡਿਜ਼ਾਈਨ ਕਰਾਂਗੇ ਤਾਂ ਉਹ ਬਹੁਤ ਜ਼ਿਆਦਾ ਲਾਰਜ ਸੈਕਸ਼ਨ ਦੱਸੇਗਾ ਵਰਕਿੰਗ ਸਟ੍ਰੈਸ ਮੈਥਡ ਦੇ ਨਾਲ। ਉਹਦੇ ਵਿੱਚ ਜਿਹੜੀ ਸਟੀਲ ਰੀਇਨਫੋਰਸਮੈਂਟ ਦੀ ਕੁਆਂਟੀਟੀਜ਼ ਵੀ ਹੋਏਗੀ ਉਹ ਵੀ ਬਹੁਤ ਜ਼ਿਆਦਾ ਹੋਏਗੀ ਐਜ਼ ਕੰਪੇਅਰ ਟੂ ਅਦਰ ਮੈਥਡਸ ਆਫ ਰੀਇਨਫੋਰਸਡ ਸੀਮੈਂਟ ਕੰਕਰੀਟ ਡਿਜ਼ਾਈਨ। ਇਹ ਵੀ ਮੇਨ ਡਿਸਐਡਵਾਂਟੇਜਸ ਵਰਕਿੰਗ ਸਟ੍ਰੈਸ ਮੈਥਡ। ਸਪੋਜ਼ ਤੁਸੀਂ ਬੀਮ ਦਾ ਇੱਕ ਸਿੰਪਲੀ ਡਿਜ਼ਾਈਨ ਕਰਨਾ ਇੱਕ ਵਰਕਿੰਗ ਸਟ੍ਰੈਸ ਮੈਥਡ ਦੇ ਨਾਲ, ਇੱਕ ਲਿਮਿਟ ਸਟੇਟ ਮੈਥਡ ਦੇ ਨਾਲ। ਅਗਰ ਲਿਮਿਟ ਸਟੇਟ ਮੈਥਡ ਦੇ ਨਾਲ ਤੁਹਾਡਾ ਕ੍ਰਾਸ ਸੈਕਸ਼ਨ ਏਰੀਆ ਆਏਗਾ ਕੁਛ 500 ਸਕੁਏਅਰ ਸੈਂਟੀਮੀਟਰ, ਤਾਂ ਵਰਕਿੰਗ ਸਟ੍ਰੈਸ ਮੈਥਡ ਦੇ ਨਾਲ ਤੁਹਾਡਾ 500 ਤੋਂ ਬਹੁਤ ਜ਼ਿਆਦਾ ਆਏਗਾ, ਅਤੇ ਇਹਦੇ ਵਿੱਚ ਏਰੀਆ ਆਫ ਸਟੀਲ ਰੀਇਨਫੋਰਸਮੈਂਟ ਦਾ ਵੀ ਬਹੁਤ ਜ਼ਿਆਦਾ ਆਏਗਾ। so these are the main disadvantages। and last is creep and shrinkage ਦਾ ਇਫੈਕਟ ਜਿਹੜਾ ਹੋਏਗਾ, ਕਿਉਂਕਿ ਟਾਈਮ ਡਿਪੈਂਡੈਂਟ ਆ। ਵਰਕਿੰਗ ਸਟ੍ਰੈਸ ਮੈਥਡ ਦੇ ਵਿੱਚ ਇਹਨਾਂ ਦਾ ਇਫੈਕਟ ਕੈਲਕੂਲੇਟ ਜਾਂ ਇਹਨਾਂ ਦੀ ਵੈਲਿਊ ਨੂੰ ਕੰਸੀਡਰ ਨਹੀਂ ਕੀਤਾ ਜਾਂਦਾ। ਕਰੀਪ ਐਂਡ ਸ਼ਰਿੰਕੇਜ। ਕਰੀਪ ਮੀਨਸ ਡਿਫੋਰਮੇਸ਼ਨ ਅੰਡਰ ਕੌਂਸਟੈਂਟ ਲੋਡਿੰਗ। ਅਗਰ ਕੋਈ ਸਟਰਕਚਰ ਬਣਾ ਦਿੱਤਾ ਉਹਦੇ ਉੱਪਰ ਪਰਮਾਨੈਂਟ ਲੋਡ ਆ, ਦੈਟ ਇਜ਼ ਡੈਡ ਲੋਡ। ਮੈਂ ਦੱਸਿਆ ਡੈਡ ਲੋਡ ਕੀ ਹੁੰਦਾ ਲਾਸਟ ਚੈਪਟਰ ਦੇ ਵਿੱਚ। ਡੈਡ ਲੋਡ ਜਾਂ ਲਾਈਵ ਲੋਡ ਦੇ ਅਕੋਰਡਿੰਗ ਕੁਛ ਕੌਂਸਟੈਂਟ ਲੋਡ ਤਾਂ ਉਹਦੇ ਉੱਪਰ ਹਮੇਸ਼ਾ ਹੀ ਰਹੇਗਾ ਕਿਸੇ ਵੀ ਸਟਰਕਚਰ ਦੇ ਉੱਪਰ। ਉਹ ਟਾਈਮ ਦੇ ਨਾਲ ਉਸ ਕੌਂਸਟੈਂਟ ਦੇ ਲੋਡਿੰਗ ਕਰਕੇ ਉਹਦੀ ਕੁਛ ਡਿਫੋਰਮੇਸ਼ਨ ਹੁੰਦੀ ਹੈ, ਜਿਹਨੂੰ ਕਿ ਕਹਿੰਦੇ ਕਰੀਪ। ਸ਼ਰਿੰਕੇਜ ਵਿਦ ਟਾਈਮ ਦੇ ਨਾਲ ਕਿਸੇ ਵੀ ਸਟਰਕਚਰ ਦੀ ਕਿਉਂਕਿ ਵੈਪੋਰੇਸ਼ਨ ਹੋਣ ਕਰਕੇ ਜਾਂ ਮੋਇਸਚਰ ਕੰਟੈਂਟ ਲੋਸ ਹੋਣ ਕਰਕੇ ਉਹਦੀ ਸ਼ਰਿੰਕੇਜ ਹੋਏਗੀ ਟਾਈਮ ਟੂ ਟਾਈਮ, ਟਾਈਮ ਇਨਕਰੀਜ਼ ਹੋਣ ਦੇ ਨਾਲ। ਇਹ ਜਿਹੜਾ ਕਰੀਪ ਐਂਡ ਸ਼ਰਿੰਕੇਜ ਦਾ ਇਫੈਕਟ ਹੋਏਗਾ ਵਰਕਿੰਗ ਸਟ੍ਰੈਸ ਮੈਥਡ ਦੇ ਵਿੱਚ ਕੰਸੀਡਰ ਨਹੀਂ ਕੀਤਾ ਜਾਂਦਾ। ਸੋ these are the main disadvantages of working stress method। ਨੈਕਸਟ ਇਜ਼ ਰੈਫਰੈਂਸਿਸ। ਇਸ ਸਲਾਈਡ ਨੂੰ ਕੰਪਲੀਟ ਕਰਨ ਦੇ ਲਈ ਕੀ ਰੈਫਰੈਂਸ ਕੀ ਲਏ ਗਏ। ਫਸਟ ਆਫ ਆਲ IS 456 2000 ਇੰਡੀਅਨ ਸਟੈਂਡਰਡ ਕੋਡ। ਆਈ ਹੋਪ ਤੁਸੀਂ ਇਹ ਡਾਊਨਲੋਡ ਕੀਤਾ ਹੋਏਗਾ 456, ਕਿਉਂਕਿ ਆਲਰੇਡੀ ਮੈਂ ਪਿਛਲੇ 2 ਲੈਕਚਰਸ ਦੇ ਵਿੱਚ ਇਸ ਬਾਰੇ ਦੱਸ ਦਿੱਤਾ ਹੈ। NPTEL ਨੋਟਸ ਤੁਸੀਂ ਅਗਰ ਅੱਛੇ ਤਰੀਕੇ ਦੇ ਨਾਲ ਪੜ੍ਹਨਾ ਚਾਹੁੰਦੇ NPTEL ਨੋਟਸ ਪ੍ਰੈਫਰ ਕਰ ਸਕਦੇ ਹੋ। NPTEL ਨੋਟਸ ਜਿੰਨੇ ਵੀ ਇੰਡੀਆ ਦੇ ਹਾਈਲੀ ਐਜੂਕੇਟਡ ਇੰਸਟੀਟਿਊਸ਼ਨਸ ਆ ਲਾਈਕ NIT ਜਾਂ IIT, ਉਹਨਾਂ ਦੇ ਪ੍ਰੋਫੈਸਰ ਦੁਆਰਾ ਇੱਥੇ ਨੋਟਸ ਦਿੱਤੇ ਗਏ ਹੁੰਦੇ ਆ। ਤੁਸੀਂ NPTEL ਦੀ ਵੈਬਸਾਈਟ ਤੋਂ ਇਹ ਡਾਊਨਲੋਡ ਕਰ ਸਕਦੇ। ਉਹਦੇ ਵਿੱਚ RCC ਨਹੀਂ ਲਿਖਿਆ ਹੋਏਗਾ, ਡਿਜ਼ਾਈਨ ਆਫ ਕੰਕਰੀਟ ਸਟਰਕਚਰ ਲਿਖਿਆ ਹੋਏਗਾ। ਟੈਕਸਟ ਬੁੱਕ ਜਿਹੜੀ ਰੈਫਰ ਕੀਤੀ ਹੈ, ਇਹ ਕੁਛ ਟੈਕਸਟ ਬੁੱਕਸ ਰੈਫਰ ਕੀਤੀਆਂ ਹੋਈਆਂ, ਕੁਛ ਡਿਪਲੋਮਾ ਦੇ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਵੀ ਰੈਫਰ ਕੀਤੇ ਹੋਏ ਗੂਗਲ ਵੈਬਸਾਈਟ ਸੈਕਟਰਾ। ਸੋ ਆਈ ਹੋਪ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਹੋਵੇਗਾ। ਥੈਂਕ ਯੂ।